ਬੰਦਾ ਹੈ, ਉਹਦੀ ਜਾਇਦਾਦ ਕਾਫੀ ਜ਼ਿਆਦਾ ਹੈ, ਉਹ ਮਾਸ਼ਾਅੱਲਾ ਮਾਲਦਾਰ ਬੰਦਾ ਹੈ, ਔਰ ਉਹਦੀਆਂ 2 ਬੇਟੇ ਨੇ ਔਰ ਬੇਟੀਆਂ ਜ਼ਿਆਦਾ ਨੇ, 4 ਨੇ ਜਾਂ 5 ਨੇ। ਉਹ ਆਪਣੀ ਜ਼ਿੰਦਗੀ ਦੇ ਦੌਰਾਨ ਹੀ ਕੁਛ ਦਾ ਜਾਇਦਾਦ ਦਾ ਹਿੱਸਾ ਜਿਹੜਾ ਹੈ ਕੋਈ ਮਾਰਕੀਟ ਦੀ ਸ਼ਕਲ 'ਚ ਜਾਂ ਕਿਸੇ ਪਲਾਜ਼ੇ ਦੀ ਸ਼ਕਲ 'ਚ ਆਪਣੇ ਬੇਟਿਆਂ ਨੂੰ ਦੇ ਜਾਂਦਾ ਆਪਣੀ ਜ਼ਿੰਦਗੀ 'ਚ। ਲੇਕਿਨ ਬਾਅਦ ਦੇ ਵਿੱਚ ਉਹ ਫੌਤ ਹੋ ਜਾਂਦਾ। ਵਿਰਾਸਤ ਦੇ ਦੌਰਾਨ ਜਿਹੜਾ ਨਾ ਜੀ ਉਹਦੀਆਂ ਬੇਟੀਆਂ ਕੇਸ ਕਰਦੀਆਂ ਨੇ ਕਿ ਸਾਨੂੰ ਉਹਦੇ 'ਚ ਵੀ ਹਿੱਸਾ ਦਿੱਤਾ ਜਾਏ। ਕਿਆ ਇਹ ਕੋਈ ਕਾਨੂੰਨੀ ਸ਼ਰ੍ਹੀ ਬਣਦਾ ਹੈ ਜਾਂ ਨਹੀਂ? ਕਾਨੂੰਨੀ ਵੀ ਇਹ ਬਣਦਾ, ਉਹਨਾਂ ਦਾ ਸ਼ਰ੍ਹੀ ਵੀ ਬਣਦਾ, ਕਿਉਂਕਿ ਜਦੋਂ ਕੋਈ ਕਿਸੇ ਆਦਮੀ ਦੀ ਬੇਟੀਆਂ ਨੇ ਬੇਟੇ ਨੇ, ਕੁਝ ਹਿੱਸਾ ਕੁਝ ਜ਼ਮੀਨ ਉਹ ਬੇਟਿਆਂ ਦੇ ਨਾਲ ਲਵਾ ਜਾਂਦਾ, ਲੇਕਿਨ ਉਹ ਜੁਰਮ ਕਰ ਗਿਆ ਉਹਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਉਹ ਤਫਰਕਾ ਤੇ ਪਾ ਗਿਆ, ਕਿਉਂਕਿ ਉਹ ਜਿਹੜਾ ਬੇਟੀਆਂ ਦੇ ਨਾਂ ਲਵਾ ਗਿਆ ਉਹਨੂੰ ਲਵਾਉਣਾ ਨਹੀਂ ਚਾਹੀਦਾ, ਬੇਟਿਆਂ ਦੇ ਨਾਂ ਨਹੀਂ ਲਵਾਉਣਾ ਚਾਹੀਦਾ। ਬੇਟੀਆਂ ਦਾ ਉਹਦੇ 'ਚ ਹੱਕ ਹੈ, ਜਦ ਬੇਟੀਆਂ ਦੇ ਨਾਮ ਉਹਨਾਂ ਦੇ ਬਰਾਬਰ ਲਵਾਏ ਫਿਰ ਤੇ ਹੋ ਗਿਆ ਸ਼ਰ੍ਹੀ ਲਿਹਾਜ਼, ਕਾਨੂੰਨੀ ਲਿਹਾਜ਼ ਨਾਲ ਠੀਕ ਹੈ। ਤੇ ਜਦੋਂ ਬੇਟੀਆਂ ਦੇ ਨਾਂ ਲਵਾ ਹੀ ਨਹੀਂ ਰਿਹਾ ਤੇ ਉਹਨਾਂ ਨੂੰ ਮਹਿਰੂਮ ਕਰ ਰਿਹਾ ਨਾ ਆਪਣੇ ਹੱਕ ਤੋਂ। ਇਹ ਤੁਹਾਨੂੰ ਦੱਸੀ ਕਿ ਜਿਸ ਟਾਈਮ ਫੌਤ ਹੋਇਆ ਉਸ ਟਾਈਮ ਜਿਹੜੀ ਉਹਦੇ ਨਾਂ ਜਾਇਦਾਦ ਹੈ ਉਹਦੇ ਵਿੱਚ ਉਹ ਸਾਰੇ ਉਹਦੇ ਬੇਟੀਆਂ ਬੇਟੇ ਵਾਰਸ, ਅਗਰ ਉਹ ਜ਼ਿੰਦਗੀ 'ਚ ਕਰ ਗਿਆ ਉਹ ਵੀ ਜੁਰਮ ਕਰ ਗਿਆ। ਅੱਛਾ, ਇੱਕ ਹੋਰ ਦੱਸਿਓ ਜੇ, ਜਾਇਦਾਦ ਨੂੰ ਤਕਸੀਮ ਕਰਨ ਦੇ ਦੌਰਾਨ ਅਕਸਰ ਜਿਹੜਾ ਹੈ ਨਾ ਜੀ ਬੇਟੀਆਂ ਨੂੰ ਭੈਣਾਂ ਨੂੰ ਲੋਕ ਜਿਹੜੀ ਕਮ ਕੀਮਤ ਵਾਲੀ ਜਾਇਦਾਦ ਹੈ ਉਹਦੇ 'ਚੋਂ ਹਿੱਸਾ ਦੇ ਦਿੰਦੇ ਨੇ। ਕੁਝ ਰਕਬਾ GT ਰੋਡ ਤੇ ਵੇ, ਕੁਝ ਪਿੱਛੇ ਵੇ, ਉਹ ਪਿੱਛੇ ਵਾਲਾ ਦੇ ਦਿੰਦੇ ਨੇ। ਇਹਦੇ ਬਾਰੇ 'ਚ ਕੀ ਕੋਈ? ਸੁਪਰੀਮ ਕੋਰਟ ਦੀ ਰੂਲਿੰਗ ਦੇ ਮੁਤਾਬਕ ਮਰਨ ਵਾਲੇ ਦੀ ਔਲਾਦ ਰਕਬੇ ਦੀ 1 ਇੰਚ ਦੇ ਵਿੱਚ ਮਾਲਕ ਨੇ। ਇਹ ਨਹੀਂ ਹੈ ਕਿ ਉਹ ਚੰਗੇ ਦੇ ਉਹ ਮਾਲਕ ਨੇ ਤੇ ਮਾੜੇ ਦੀਆਂ ਬੇਟੀਆਂ ਮਾਲਕ ਨੇ। ਸਹੀ। ਹਰ ਇੰਚ ਦੇ ਵਿੱਚ ਸਾਰੇ ਵਾਰਸ ਜਿਹੜੇ ਵੀ ਉਸ ਬੰਦੇ ਦੇ ਹੈ ਨਾ ਉਹ ਵਾਰਸ ਮਾਲਕ ਨੇ। ਫਰਜ਼ ਕਰੋ ਅਗਲਾ ਕਰੋੜ ਰੁਪਏ ਦਾ, ਉਹ ਕਰੋੜ ਦਾ ਵੀ ਉਹਨੂੰ ਬਰਾਬਰ ਦੇ ਉਹ ਮਾਲਕ ਨੇ। ਪਿੱਛੇ 30,000 ਦਾ ਉਹਦੇ 'ਚ ਵੀ ਉਹ ਬਰਾਬਰ ਦੇ ਮਾਲਕ। ਯਾਨੀ ਕਿ ਅਗਰ ਕੋਈ ਕਿਸੇ ਵਜ੍ਹਾ ਤੋਂ ਨਾ ਆ ਸਕੇ ਤਾਂ ਉਹ ਹਰ ਜਾਇਦਾਦ 'ਚੋਂ ਹਿੱਸਾ ਲੈ ਸਕਦਾ। ਹਰ ਜਾਇਦਾਦ